ਸਤਿ ਸ਼੍ਰੀ ਅਕਾਲ ਦੋਸਤੋ, ਕਲਿੱਕ ਸਟਾਰਟ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬ PCS ਦੇ 2018 ਦੇ ਵਿੱਚ ਆਏ ਪੇਪਰ ਦੇ ਵਿੱਚ ਸਾਇੰਸ ਐਂਡ ਟੈਕ ਦੇ ਕੁਐਸਚਨਸ ਬਾਰੇ। ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੈ ਤਾਂ ਸਾਡੇ ਟੈਲੀਗ੍ਰਾਮ ਚੈਨਲ ਤੇ ਜਾ ਸਕਦੇ ਹੋ, ਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ। ਦੈਨ ਗੱਲ ਕਰੀਏ ਜੇ 2018 ਦੇ ਪ੍ਰੀ ਦੇ ਕੁਐਸਚਨ ਪੇਪਰ ਦੀ, ਤਾਂ ਉਸ ਦੇ ਵਿੱਚ ਇਹ ਸਬਜੈਕਟਸ ਇੰਨੀ ਪਰਸੈਂਟੇਜ ਦੇ ਵਿੱਚ ਆਏ ਸੀ। ਅਤੇ ਜੇ ਗੱਲ ਕਰੀਏ ਸਾਇੰਸ ਐਂਡ ਟੈਕ ਦੀ, ਤਾਂ ਉਹਦੇ ਵਿੱਚ 13% ਪੇਪਰ ਸਾਇੰਸ ਐਂਡ ਟੈਕ ਦਾ ਸੀ। ਜੇ ਆਪਾਂ ਈਅਰ ਵਾਈਜ਼ ਦੇਖੀਏ ਤਾਂ 2013 ਦੇ ਵਿੱਚ 12 ਕੁਐਸਚਨਸ ਆਏ ਸੀ, 2015 ਦੇ ਵਿੱਚ ਵੀ 12 ਕੁਐਸਚਨਸ ਆਏ ਸੀ, ਅਤੇ 2018 ਦੇ ਵਿੱਚ 13 ਕੁਐਸਚਨਸ ਆਏ ਸੀ ਸਾਇੰਸ ਐਂਡ ਟੈਕ ਦੇ ਵਿੱਚੋਂ। ਤਾਂ ਇੱਕ ਅੱਛੇ ਨੰਬਰ ਲਏ ਜਾ ਸਕਦੇ ਨੇ ਜੇ ਤੁਸੀਂ ਸਾਇੰਸ ਐਂਡ ਟੈਕ ਨੂੰ ਚੰਗੀ ਤਰ੍ਹਾਂ ਪ੍ਰੀਪੇਅਰ ਕਰ ਲਵੋ ਤਾਂ ਗੱਲ ਕਰਦੇ ਹਾਂ ਕੁਐਸਚਨਸ ਦੀ। ਤਾਂ ਬਹੁਤ ਸਾਰੇ ਕੁਐਸਚਨਸ ਜਿਹੜੇ ਇੱਥੇ ਆਉਣਗੇ, ਕੁਛ ਕਰੰਟ ਅਫੇਅਰਸ ਦੇ ਵਿੱਚ ਕਵਰ ਹੋਣਗੇ ਅਤੇ ਕੁਛ ਹੀ NCERT ਵਿੱਚ ਕਵਰ ਹੋਣਗੇ। ਬਾਕੀ ਥੋੜ੍ਹੇ ਜਿਹੇ ਕਾਮਨ ਸੈਂਸ ਅਤੇ ਸਮਾਰਟ ਵਰਕ ਨਾਲ ਵੀ ਤੁਸੀਂ ਅਟੈਂਪਟ ਕਰ ਸਕਦੇ ਹੋ, ਜਾਂ ਫਿਰ ਕੁਛ ਐਡਵਰਟਾਈਜ਼ਮੈਂਟਸ। ਤਾਂ ਐਵੇਂ ਕਾਫੀ ਸਾਰੀਆਂ ਅਲੱਗ-ਅਲੱਗ ਚੀਜ਼ਾਂ ਤੋਂ ਸਾਇੰਸ ਦੇ ਕੁਐਸਚਨਸ ਕਵਰ ਅਪ ਹੋਣਗੇ। ਤਾਂ ਜਿਵੇਂ ਕੁਐਸਚਨ ਹੈ, ਵਟ ਇਜ਼ ਦ ਡਿਫਰੈਂਸ ਬਿਟਵੀਨ ਅ CFL ਐਂਡ ਅ LED ਲੈਂਪ। ਤਾਂ ਸਰਕਾਰਾਂ ਜਿਵੇਂ ਹੁਣ LED ਲੈਂਪਸ ਨੂੰ ਪ੍ਰਮੋਟ ਕਰ ਰਹੀਆਂ ਨੇ ਅਤੇ CFL ਨੂੰ ਪ੍ਰਮੋਟ ਨਹੀਂ ਕਰ ਰਹੀਆਂ। ਇੱਦੋਂ ਪਹਿਲਾਂ ਇਨਕੈਂਡੈਸੈਂਟ ਬੱਲਬ ਹੁੰਦੇ ਸੀਗੇ ਜਿਹੜੇ ਯੈਲੋ ਕਲਰ ਦੀ ਲਾਈਟ ਦਿੰਦੇ ਸੀ, ਫਿਰ CFL ਆ ਗਏ ਅਤੇ ਹੁਣ LEDs ਆ ਗਏ। ਤਾਂ ਇਹਨਾਂ ਨੇ ਕੁਐਸਚਨ ਦੇ ਵਿੱਚ ਹੈ ਕਿ ਡਿਫਰੈਂਸ ਕੀ ਹੈ CFL ਅਤੇ LEDs ਦੇ ਵਿੱਚ। ਪਹਿਲਾ ਪੁਆਇੰਟ ਲਿਖਿਆ, ਟੂ ਪ੍ਰੋਡਿਊਸ ਲਾਈਟ ਇਹ CFL ਯੂਜ਼ਿਸ ਮਰਕਰੀ ਵੇਪਰ ਐਂਡ ਫਾਸਫੋਰ ਵਾਈਲ ਐਂਡ LED ਲੈਂਪ ਯੂਜ਼ਿਸ ਸੈਮੀ ਕੰਡਕਟਰ ਮਟੀਰੀਅਲ। ਤਾਂ ਸਟੇਟਮੈਂਟ ਬਿਲਕੁਲ ਸਹੀ ਹੈ। ਜਿਹੜੇ LEDs ਨੇ ਉਹਨਾਂ ਦੇ ਵਿੱਚ ਸੈਮੀ ਕੰਡਕਟਰ ਮਟੀਰੀਅਲ ਯੂਜ਼ ਕੀਤਾ ਹੁੰਦਾ। ਜਿਹੜੇ CFL ਨੇ ਉਹਨਾਂ ਦੇ ਵਿੱਚ ਗੈਸਿਸ ਹੁੰਦੀਆਂ ਨੇ ਲਾਈਕ ਮਰਕਰੀ ਜਾਂ ਫਿਰ ਫਾਸਫਰ ਦੇ ਵੇਪਰਸ। ਦ ਐਵਰੇਜ ਲਾਈਫ ਸਪੈਨ ਆਫ ਏ CFL ਇਜ਼ ਮਚ ਲੌਂਗਰ ਦੈਨ ਦੈਟ ਆਫ ਐਨ LED ਲੈਂਪ। ਅਤੇ ਸਟੇਟਮੈਂਟ ਬਿਲਕੁਲ ਗਲਤ ਹੈ। ਜੇ ਤੁਸੀਂ ਮਾਰਕੀਟ ਦੇ ਵਿੱਚ CFL ਲੈਣ ਜਾਓਗੇ ਜਾਂ LEDs ਲੈਣ ਜਾਓਗੇ ਤਾਂ ਤੁਸੀਂ ਉਹਨਾਂ ਦੀ ਦੇਖੋਗੇ ਤਾਂ ਜਿਹੜੀ ਵਾਰੰਟੀ CFL 'ਤੇ ਮਿਲਦੀ ਹੈ ਉਹ ਜਨਰਲੀ 6 ਮਹੀਨੇ ਤੋਂ ਲੈ ਕੇ 1 ਸਾਲ ਦੀ ਮਿਲਦੀ ਹੈ, ਅਤੇ ਜੇ ਤੁਸੀਂ LED ਲੈਣ ਜਾਓਗੇ ਤਾਂ 2 ਸਾਲ ਤੋਂ ਲੈ ਕੇ 5 ਸਾਲ ਤੱਕ ਦੀ ਗਰੰਟੀ ਮਿਲਦੀ ਹੈ LEDs 'ਤੇ। ਤਾਂ ਇਹ ਸਟੇਟਮੈਂਟ ਗਲਤ ਹੈ ਕਿਉਂਕਿ LEDs ਦੀ ਲਾਈਫ ਬਹੁਤ ਲੰਬੀ ਹੈ। ਦੈਨ ਇਹ CFL ਇਜ਼ ਲੈਸ ਐਨਰਜੀ ਐਫੀਸ਼ੀਐਂਟ ਐਜ਼ ਕੰਪੇਅਰ ਟੂ LED ਲੈਂਪ। ਇਹ ਬਿਲਕੁਲ ਸਹੀ ਹੈ। CFL ਦੇ ਵਿੱਚ ਜ਼ਿਆਦਾ ਐਨਰਜੀ ਯੂਜ਼ੇਜ ਹੁੰਦੀ ਹੈ ਐਜ਼ ਕੰਪੇਅਰ ਟੂ LED ਲੈਂਪ ਨਾਲੋਂ। ਤਾਂ 1 ਅਤੇ 3 ਸਟੇਟਮੈਂਟ ਸਹੀ ਨੇ ਅਤੇ ਇਸ ਦਾ ਆਨਸਰ ਆਏਗਾ C। ਕੁਛ ਹੋਰ ਡਿਫਰੈਂਸ ਵੀ ਤੁਸੀਂ ਦੇਖ ਸਕਦੇ ਹੋ ਕਿ ਪਾਵਰ ਜਿਹੜੀ ਆ ਉਹ ਘੱਟ ਯੂਜ਼ ਹੁੰਦੀ ਹੈ LED ਬਲਬਸ ਦੇ ਵਿੱਚ। ਜਿਹੜੀ ਲਾਈਫ ਹੈ LED ਬਲਬ ਦੀ ਉਹ 50,000 ਆਰਸ ਦੇ ਕਰੀਬ ਹੁੰਦੀ ਹੈ, ਅਤੇ ਜਿਹੜੀ CFL ਹੈ ਉਸ ਦੀ ਲਾਈਫ 8,000 ਆਰਸ ਦੇ ਕਰੀਬ ਹੁੰਦੀ ਹੈ। ਪਰ ਪ੍ਰੋਬਲਮ ਇੱਥੇ ਕਿ LED ਬਲਬਸ ਨੇ ਉਹ ਐਕਸਪੈਂਸਿਵ ਨੇ CFL ਬਲਬਸ ਦੇ ਕੰਪੈਰੀਜ਼ਨ ਦੇ ਵਿੱਚ। ਦੈਨ ਜੇ ਡਿਊਰੇਬਿਲਿਟੀ ਦੀ ਗੱਲ ਕਰੀ ਜਾਵੇ ਤਾਂ ਉਹ LED ਬਲਬਸ ਦੀ ਜ਼ਿਆਦਾ ਹੈ, ਅਤੇ ਜੇ ਸਾਈਜ਼ ਗੱਲ ਕੀਤੀ ਜਾਵੇ ਤਾਂ ਉਹ LED ਬਲਬ ਛੋਟਾ ਹੁੰਦਾ ਹੈ। ਤਾਂ ਇਹ LED ਬਲਬ ਹੈ ਅਤੇ ਇੱਕ CFL ਬਲਬ ਹੈ। LED ਬਲਬ ਅੱਛੀ ਲਾਈਟ ਪ੍ਰੋਡਿਊਸ ਕਰਦਾ ਹੈ ਘੱਟ ਐਨਰਜੀ ਨਾਲ ਅਤੇ ਛੋਟੇ ਏਰੀਏ ਦੇ ਵਿੱਚੋਂ। ਦੈਨ ਨੈਕਸਟ ਕੁਐਸਚਨ ਆ ਹੈ, ਵੈਨ ਅ ਬਾਲ ਡਰਾਪਸ ਔਨ ਦੀ ਫਲੋਰ ਇਟ ਬਾਊਂਸਿਸ। ਜਦੋਂ ਆਪਾਂ ਬਾਲ ਫਰਸ਼ 'ਤੇ ਸਿੱਟ ਦਿੰਦੇ ਹਾਂ ਤਾਂ ਉਹ ਉਛਲ ਜਾਂਦੀ ਹੈ। ਇਹ ਕਿਉਂ ਹੁੰਦਾ? ਦਿਸ ਇਜ਼ ਅਕੋਰਡਿੰਗ ਟੂ ਨਿਊਟਨਸ ਥਰਡ ਲਾਅ ਆਫ ਮੋਸ਼ਨ। ਆਨਸਰ ਹੋਗਾ ਥਰਡ ਲਾਅ ਆਫ ਮੋਸ਼ਨ ਆਫ ਨਿਊਟਨ। ਥਰਡ ਲਾਅ ਆਫ ਨਿਊਟਨ ਆਫ ਦਾ ਮੋਸ਼ਨ ਕੀ ਕਹਿੰਦਾ ਕਿ ਐਵਰੀ ਫੋਰਸ, ਜੇ ਕੋਈ ਵੀ ਬੋਡੀ ਕਿਸੇ ਉੱਤੇ ਕੋਈ ਫੋਰਸ ਲਾਉਂਦੀ ਹੈ, ਦੈਨ ਫੋਰਸ ਆਫ ਇਕੁਅਲ ਮੈਗਨੀਟਿਊਡ ਐਂਡ ਆਪੋਜ਼ਿਟ ਡਾਇਰੈਕਸ਼ਨ ਵਿਲ ਬੀ ਅਪਲਾਈਡ ਔਨ ਅਦਰ ਬੋਡੀ। ਕਿ ਫਸਟ ਬੋਡੀ ਨੇ A ਬੋਡੀ ਨੇ ਜੇ B 'ਤੇ ਕੋਈ ਫੋਰਸ ਲਾਈ ਹੈ ਤਾਂ B ਤੋਂ ਇਕੁਅਲ ਅਤੇ ਆਪੋਜ਼ਿਟ ਫੋਰਸ ਲੱਗੂਗੀ A ਦੇ ਉੱਤੇ। ਲਾਈਕਵਾਈਜ਼ ਜੇ ਬਾਲ ਅਰਥ 'ਤੇ ਗਿਰੂਗੀ ਤਾਂ ਕੁਛ ਫੋਰਸ ਲੱਗੀ ਅਰਥ 'ਤੇ, ਤਾਂ ਇਕੁਅਲੀ ਫੋਰਸ ਲਾਊਗੀ ਅਰਥ ਬਾਲ ਦੇ ਉੱਤੇ। ਦੈਨ ਨੈਕਸਟ ਕੁਐਸਚਨ ਹੈ, ਦਾ ਹਾਈਡ੍ਰੋਲਿਕ ਬ੍ਰੇਕਸ ਯੂਜ਼ਡ ਇਨ ਆਟੋਮੋਬਾਈਲਸ। ਜਿਹੜੀਆਂ ਕਾਰਾਂ ਦੇ ਵਿੱਚ ਹਾਈਡ੍ਰੋਲਿਕ ਬ੍ਰੇਕਸ ਹੁੰਦੇ ਨੇ, ਇਹ ਕਿਹੜੇ ਲਾਅ ਤੋਂ ਆਏ ਨੇ, ਕਿੱਥੋਂ ਦੀ, ਕਿਹੜੀ ਪ੍ਰਿੰਸੀਪਲ ਜਾਂ ਕਿਹੜੇ ਥਿਊਰਮ ਦੀ ਐਪਲੀਕੇਸ਼ਨ ਹੈ ਇਹ? ਤਾਂ ਇਹ ਐਪਲੀਕੇਸ਼ਨ ਹੈ ਪਾਸਕਲਸ ਲਾਅ ਦੀ। ਇਸ ਦਾ ਆਨਸਰ ਹੋਊਗਾ D, ਪਾਸਕਲਸ ਲਾਅ। ਪਾਸਕਲਸ ਲਾਅ ਹੁੰਦਾ ਕੀ ਹੈ ਕਿ ਕਿਸੇ ਵੀ ਪੁਆਇੰਟ 'ਤੇ ਜੇ ਤੁਸੀਂ ਪ੍ਰੈਸ਼ਰ ਲਗਾਓਗੇ ਤਾਂ ਜਿਹੜਾ ਪ੍ਰੈਸ਼ਰ ਹੈ ਜੇ ਇਨ ਕੇਸ ਆਫ ਫਲੂਇਡ ਦੇ ਵਿੱਚ ਹੈ ਤਾਂ ਸਾਰੀਆਂ ਡਾਇਰੈਕਸ਼ਨਸ ਦੇ ਵਿੱਚ ਯੂਨੀਫਾਰਮਲੀ ਫੈਲ ਜਾਏਗਾ। ਕਿ ਲਾਈਕਵਾਈਜ਼ ਆਪਣੇ ਬ੍ਰੇਕਸ ਦੇ ਵਿੱਚ ਤੁਸੀਂ ਪੈਰ ਨਾਲ ਬ੍ਰੇਕ ਨੂੰ ਦੱਬਿਆ ਤਾਂ ਉਸ ਦੇ ਨਾਲ ਫਲੂਇਡ ਕਨੈਕਟਿਡ ਹੈ, ਤਾਂ ਸਾਰੀ ਫਲੂਇਡ ਦੇ ਵਿੱਚ ਉਹ ਪ੍ਰੈਸ਼ਰ ਫੈਲ ਜਾਏਗਾ ਅਤੇ ਫਾਈਨਲੀ ਉਹ ਟਾਇਰ ਦੇ ਉੱਤੇ ਲੱਗੇ ਅਤੇ ਟਾਇਰ ਨੂੰ ਰੋਕ ਦੇਵੇਗਾ। ਤਾਂ ਇਹ ਹੈ ਪਾਸਕਲਸ ਲਾਅ।
दैन नैक्सट क्वेश्चन है वेलोसिटी ऑफ साउंड इन एयर डज नॉट डिपेंड ऑन, जिहड़ी साउंड की वेलोसिटी है हवा दे विच वो किस चीज़ पर डिपेंड नहीं करती। डेंसिटी ऑफ एयर इस ते थोड़ी ही करती है पर करती जरूर है डिपेंड। दैन टैंपरेचर ऑफ एयर इस ते भी डिपेंड करती है। प्रैशर ऑफ एयर इस ते साउंड की वेलोसिटी डिपेंड नहीं करती। ह्यूमिडिटी ऑफ एयर इस ते भी डिपेंड करती है, चाहे थोड़ी ही अमाउंट दे विच करती है। तो जे आपां साउंड की स्पीड की गल करिए क्यों तां सब तो मेजर डिफरेंस आंदा उस दे उत्ते टैंपरेचर नाल। जिमें जिमें टैंपरेचर वधदा जाऊगा उवें उवें साउंड की स्पीड वधदी जाऊगी। गर्मियां दे विच साउंड की स्पीड ज़्यादा हुंदी है ते सर्दियां दे विच साउंड की स्पीड घट हुंदी है। दैन ह्यूमिडिटी ते डेंसिटी नाल फर्क पैंदा पर बहुत ज़्यादा फर्क नहीं पैंदा। दैन उस तो बाद गल करिए एयर प्रैशर की, हवा का जो प्रैशर है उसका कोई भी इफैक्ट नहीं हुंदा स्पीड ऑफ साउंड के उत्ते। नैक्सट क्वेश्चन है वट हैपन्स वैन लाइट ट्रैवल्स फ्रॉम एयर टू ग्लास। जो लाइट हवा तो ग्लास के विच एंटर करती है तो लाइट नूं की हुंदा है। तो ये लाइट है सपोज करो तो ग्लास के विच एंटर कर रही है, तो जिमें ही लाइट हवा तो ग्लास के विच एंटर करती है तो उसकी स्पीड पहले नालों घट जाती है। तो उस स्पीड के घटन नाल उसकी डायरैक्शन चेंज हो जाती है। जिस सपोज करो नॉर्मल लाइन है, परपेंडिकुलर लाइन है हवा तो ग्लास दे, तो यह नॉर्मल वाल नूं बेंड कर जाती है। इट बेंड्स टूवर्ड्स दी नॉर्मल लाइन। इसका आंसर आऊगा ए। तो जे तुसी देखो तो यह हवा विचों आ रही है तो दैन जदों ही वो ग्लास के विच एंटर करी तो वह नॉर्मल वाल नूं बेंड हो गई। तो इसका रीज़न की है कि जदों भी लाइट हवा विचों आंदी है ग्लास दे वल तो ग्लास दे विच आके उसकी स्पीड घट जाती है, क्योंकि ग्लास च पानी जो भी हो मटीरियल वो डेंसर होंदे ने तो उन्होंने स्पीड घट जाती है। जिस करके लाइट वो किमें कंपनसेट करती है थ्रू दी डायरैक्शन चेंज, तो डायरैक्शन चेंज कर लेंदी है। तो इस चीज़ को आप कहने रिफ्रैक्शन, रिफ्रैक्शन बोलते हैं इसमें आप। दैन नैक्सट है विच ऑफ द फॉलोइंग मैडिकल प्रोसीजर यूज्ड द प्रिंसीपल ऑफ टोटल इंटरनल रिफ्लैक्शन। तो इन्हां विचों केड़ा मैडिकल प्रोसीजर टोटल इंटरनल रिफ्लैक्शन के बेस पर काम करता है। एक्सरे नहीं करता, सीटी स्कैन भी नहीं करता, एंडोस्कोपी ये बिल्कुल सही है। एंडोस्कोपी टोटल इंटरनल रिफ्लैक्शन के बेस पर काम करता है। तो जे गल करी जाए आप एंडोस्कोपी की, एंडोस्कोपी के की होंदा है कि एक लॉन्ग थिन ट्यूब होंदी है, उन्होंने बंदे की बॉडी के विच इंसर्ट कर दिता जाता है ताकि देखा जा सके कि बंदे की बॉडी के अंदर कित्थे प्रॉब्लम्स आ रही ने या फिर कोई इंटरनल ऑर्गन नूं ऑब्जर्व करन लई। इट कैन ऑल्सो बी यूज टू कैरी आउट अदर टास्क इंक्लूडिंग इमेजिंग एंड माइनर सर्जरी। तो अंदर की बॉडी की इमेजिंग करनी हो या फिर कोई माइनर सर्जरी करनी हो तो भी इसनूं यूज़ किया जाता है। इट इज़ बेस्ड ऑन प्रिंसीपल ऑफ टोटल इंटरनल रिफ्लैक्शन। जिमें आप ऑप्टिकल फाइबर केबल्स देखे सी पिछले पेपर के विच, उमें इस दे विच भी टोटल इंटरनल रिफ्लैक्शन के बेस पर काम किया जाता है। दैन जे आप सीटी स्कैन की गल करिए तो सीटी स्कैन नूं कहते कंप्यूटराइज टोमोग्राफी स्कैन। तो ये की होंदा है कि यह एक्सरे मशीन नहीं होंदी इहदे विच, बट ये रोटेटिंग होंदी है, घूम रही होंदी है टू क्रिएट ए क्रॉस सैक्शनल इमेजिज ऑफ दी बॉडी। एक बॉडी की अलग अलग एंगल्स तो इमेजिज लैन वास्ते ताकि आप डिटेल्ड स्टडी कर सकीए। तो ये दीज कैन शो दी सॉफ्ट टिश्यूज़, ब्लड वैसल्स एंड बोन्स। एक्सरेज दे विच जनरली बोन्स ही दिखदियां ने, इस दे विच सॉफ्ट टिश्यूज़ ते ब्लड वैसल्स नूं भी ध्यान नाल ऑब्जर्व किया जा सकता। दैन नैक्सट क्वेश्चन है एक कोई रेडियो एक्टिव सबसटांस है, उसकी हाफ लाइफ पीरियड दी हुई है 70 डेज़। रेडियो एक्टिव सबसटांस वो होंगे ने जेडे कुछ रेडिएशनस छाड़ते हैं टाइम टू टाइम, तो उन्होंने कुछ लाइफ टाइम होंगे कि सपोज करो अज 1 kg अपने को सबसटांस है, तो क्योंकि वो रेडिएशनस करके वो उड़ते रहेंगे तो थोड़े टाइम बाद घट के 500 ग्राम होएंगे। जो का मास पहले नालों अद्धा हो जाए उन्होंने आप कहने हाफ लाइफ पीरियड। तो कहते हैं कि अपने को 1 ग्राम सबसटांस है तो 0.25 ग्राम किन्ने दिनों के विच रह जाऊगा। तो जो पहले 70 डेज़ होंगे तो 1 ग्राम तो रह जाऊगा 0.5 ग्राम। हुण एक करो 0.5 ग्राम हो गया तो नैक्सट उन्होंने 0.5 तो 0.25 ग्राम होने नैक्सट 70 डेज़ लगनगे, क्योंकि दोबारा उन्हें हाफ होने। इतने बहुत सारे स्टूडेंट्स गलती कर जाते हैं कि वो कहते हैं कि
ਜੇ 70 ਡੇਜ਼ ਦੇ ਵਿੱਚ ਅੱਧਾ ਗ੍ਰਾਮ ਰਹਿ ਜੂਗਾ ਤਾਂ ਉਸ ਤੋਂ ਡਾਇਰੈਕਟਲੀ ਉਵੇਂ ਹੀ ਉਹ ਆਨਸਰ ਕੱਢ ਲੈਂਦੇ ਨੇ ਕਿ 0.25 ਗ੍ਰਾਮ ਨੂੰ ਇਹਦੇ ਲਈ 35 ਡੇਜ਼ ਲੱਗਦੇ ਨੇ, ਤਾਂ ਨੈਕਸਟ 35 ਡੇਜ਼ ਦੇ ਵਿੱਚ 0.25 ਗ੍ਰਾਮ ਰਹਿ ਜੂਗਾ 105 ਦਿਨਾਂ ਦੇ ਵਿੱਚ। ਤਾਂ ਇੱਕ ਆਨਸਰ ਗਲਤ ਹੈ, ਇਸਦਾ ਆਨਸਰ ਆਊਗਾ 140 ਡੇਜ਼। ਤਾਂ ਹਾਫ ਲਾਈਫ ਪੀਰੀਅਡ ਦਾ ਫਾਰਮੂਲਾ ਹੈ ਜਿਹਦੇ ਵਿੱਚ NT ਹੈ ਕਿ ਉਸ ਟਾਈਮ 'ਤੇ ਅਮਾਊਂਟ ਕਿੰਨੀ ਹੈ, N0 ਹੈ ਓਰੀਜਨਲ ਅਮਾਊਂਟ ਕਿੰਨੀ ਸੀ, ਇੱਥੇ ਆਪਣੇ ਕੋਲ 0.25 ਹੈ, ਇੱਥੇ ਆਪਣੇ ਕੋਲ 1 ਹੈ। ਦੈਨ ਇਹ ਹਾਫ ਲਿਖ ਕੇ ਇਹਦੇ ਉੱਤੇ ਲਿਖਣਾ ਹੈ ਕਿ T ਦੀ ਵੈਲਿਊ ਆਪਾਂ ਕੱਢਣੀ ਹੈ ਇਸ ਕੁਐਸਚਨ ਦੇ ਵਿੱਚ, ਅਤੇ T ਹਾਫ ਦਿੱਤਾ ਹੋਇਆ ਆਪਾਂ ਨੂੰ 70 ਡੇਜ਼। ਤਾਂ ਇੱਥੋਂ T ਤੁਸੀਂ ਇੱਥੋਂ ਵੀ ਕੈਲਕੂਲੇਟ ਕਰ ਸਕਦੇ ਹੋ ਇਸ ਫਾਰਮੂਲੇ ਦੇ ਰਾਹੀਂ, ਜਿਨ ਕੇਸ ਕੱਲ੍ਹ ਨੂੰ ਕੋਈ ਹੋਰ ਟਫਰ ਕੁਐਸਚਨ ਆ ਗਿਆ ਸਾਇੰਸ ਦੇ ਵਿੱਚੋਂ। ਦੈਨ ਨੈਕਸਟ ਕੁਐਸਚਨ ਹੈ ਆਇਓਡਾਈਜ਼ਡ ਸਾਲਟ ਦੇ ਉੱਤੇ, ਕਿ ਜਿਹੜਾ ਆਇਓਡਾਈਜ਼ਡ ਸਾਲਟ ਹੈ ਉਹ ਕੀ ਹੁੰਦਾ। ਤਾਂ ਦੇਖੋ ਜਿਹੜਾ ਆਪਾਂ ਘਰੇ ਕਾਮਨਲੀ ਸਾਲਟ ਵਰਤਦੇ ਹਾਂ, ਕਾਮਨ ਸਾਲਟ ਹੁੰਦਾ ਉਹ ਆਪਣਾ ਹੁੰਦਾ NaCl ਸੋਡੀਅਮ ਕਲੋਰਾਈਡ। ਤਾਂ ਆਇਓਡੀਨ ਦੀ ਵੀ ਲੋੜ ਹੁੰਦੀ ਹੈ ਹਿਊਮਨ ਬਾਡੀ ਨੂੰ, ਅਤੇ ਇਹਦੇ ਕੋਈ ਜ਼ਿਆਦਾ ਸੋਰਸਿਸ ਨਹੀਂ ਹੈ, ਅਤੇ ਇਸ ਦੇ ਕਰਕੇ ਸਾਲਟ ਦੇ ਵਿੱਚ ਆਇਓਡੀਨ ਨੂੰ ਪਾ ਦਿੱਤਾ ਜਾਂਦਾ ਇਨ ਦੀ ਫਾਰਮ ਆਫ ਪੋਟਾਸ਼ੀਅਮ ਆਇਓਡਾਈਡ। ਤਾਂ ਇਸ ਦਾ ਆਨਸਰ ਆਊਗਾ A, ਮਿਕਸਚਰ ਆਫ ਪੋਟਾਸ਼ੀਅਮ ਆਇਓਡਾਈਡ ਐਂਡ ਕਾਮਨ ਸਾਲਟ ਇਜ਼ ਆਇਓਡਾਈਜ਼ਡ ਸਾਲਟ। ਤਾਂ ਗੱਲ ਕਰਦੇ ਹਾਂ, ਤਾਂ ਆਇਓਡਾਈਜ਼ਡ ਸਾਲਟ ਕੀ ਹੁੰਦਾ ਹੈ, ਇਟ ਇਜ਼ ਅ ਵੈਰੀ ਚੀਪ ਐਂਡ ਗੁੱਡ ਵੇ ਆਫ ਗੈਟਿੰਗ ਦੀ ਨੈਸੈਸਰੀ ਆਇਓਡੀਨ। ਤਾਂ ਬੋਡੀ ਨੂੰ ਆਇਓਡੀਨ ਚਾਹੀਦਾ ਤਾਂ ਕਿੱਥੋਂ ਮਿਲਦਾ ਹੈ, ਆਇਓਡਾਈਜ਼ਡ ਸਾਲਟ ਤੋਂ। ਜਨਰਲੀ ਆਪਣਾ ਜਿਹੜਾ ਟੇਬਲ ਸਾਲਟ ਹੁੰਦਾ ਉਹ ਸੋਡੀਅਮ ਕਲੋਰਾਈਡ ਹੁੰਦਾ, ਤਾਂ ਉਹਦੇ ਵਿੱਚ ਜਾਂ ਤਾਂ ਪੋਟਾਸ਼ੀਅਮ ਆਇਓਡਾਈਡ ਐਡ ਕੀਤਾ ਜਾਂਦਾ ਹੈ ਜਾਂ ਫਿਰ ਸੋਡੀਅਮ ਆਇਓਡਾਈਡ ਐਡ ਕੀਤਾ ਜਾਂਦਾ ਹੈ, ਤਾਂ ਕਿ ਉਸਨੂੰ ਆਇਓਡਾਈਜ਼ਡ ਸਾਲਟ ਬਣਾਇਆ ਜਾ ਸਕੇ। ਅਤੇ ਇਹਦਾ ਮੇਜਰ ਬੈਨੀਫਿਟ ਹੈ ਕਿ ਇਟ ਪ੍ਰੀਵੈਂਟ ਗੋਇਟਰਸ। ਤਾਂ ਇੱਕ ਪ੍ਰੋਬਲਮ ਆਉਂਦੀ ਹੈ ਗੋਇਟਰਸ ਦੀ, ਗਰਦਨ ਦੇ ਵਿੱਚ ਉਹ ਆਇਓਡੀਨ ਦੀ ਡੈਫੀਸ਼ੈਂਸੀ ਨਾਲ ਹੁੰਦੀ ਹੈ, ਤਾਂ ਉਸਨੂੰ ਪ੍ਰੀਵੈਂਟ ਕੀਤਾ ਜਾ ਸਕਦਾ ਹੈ ਥਰੂ ਦੀ ਆਇਓਡਾਈਜ਼ਡ ਸਾਲਟ। ਤਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ, ਇਹ ਵਿਨੇਗਰ 'ਤੇ ਆਇਆ ਹੈ ਕਿ ਵਿਨੇਗਰ ਕਿਸ ਚੀਜ਼ ਦਾ ਸੋਲਿਊਸ਼ਨ ਹੈ। ਤਾਂ ਇਸਦਾ ਆਨਸਰ ਹੈ A, 5 to 20% ਐਸੀਟਿਕ ਐਸਿਡ ਇਨ ਵਾਟਰ। ਤਾਂ ਇੱਕ ਡਾਇਲਿਊਟ ਸੋਲਿਊਸ਼ਨ ਐਸੀਟਿਕ ਐਸਿਡ ਦਾ ਜਦੋਂ ਆਪਾਂ ਪਾਣੀ ਦੇ ਵਿੱਚ ਲੈਂਦੇ ਹਾਂ ਤਾਂ ਉਹਨੂੰ ਆਪਾਂ ਕਹਿੰਦੇ ਹਾਂ ਵਿਨੇਗਰ। ਵਿਨੇਗਰ ਕਾਮਨਲੀ ਯੂਜ਼ ਹੁੰਦੀ ਹੈ ਘਰਾਂ ਦੇ ਵਿੱਚ, ਅਤੇ ਜੇ ਮੋਸਟ ਆਫ ਦੀ ਵਿਨੇਗਰਸ ਦੀ ਗੱਲ ਕੀਤੀ ਜਾਵੇ ਤਾਂ ਇਹ 5 ਤੋਂ 8% ਐਸੀਟਿਕ ਐਸਿਡ ਹੀ ਹੁੰਦਾ ਇਹਨਾਂ ਦਾ। ਬਟ ਰੇਅਰਲੀ ਕੁਛ, ਕਿਉਂਕਿ ਇੱਕ ਤਰੀਕੇ ਦੀ ਵਿਨੇਗਰਸ ਨਹੀਂ ਬਣਦੀ, ਬਹੁਤ ਤਰੀਕੇ ਨੇ, ਤਾਂ ਜ਼ਿਆਦਾ ਤੋਂ ਜ਼ਿਆਦਾ 15 ਤੋਂ 20% ਵੀ ਐਸੀਟਿਕ ਐਸਿਡ ਹੋ ਸਕਦਾ ਹੈ। ਅਤੇ ਬਣਦੀ ਕਿਵੇਂ, ਬਾਈ ਦੀ ਫਰਮੈਂਟੇਸ਼ਨ ਆਫ ਈਥੇਨੋਲ ਔਰ ਸ਼ੂਗਰਸ। ਤਾਂ ਫਰਮੈਂਟੇਸ਼ਨ ਕਰਦੇ ਹਾਂ ਆਪਾਂ ਈਥੇਨੋਲ ਅਤੇ ਸ਼ੂਗਰਸ ਦੀ, ਅਤੇ ਯੂਜ਼ ਕਿੱਥੇ ਹੁੰਦੀ ਹੈ, ਕਲੀਨਰੀ ਆਰਟਸ, ਜਿਹੜੀ ਆਪਾਂ ਹਾਊਸ ਹੋਲਡ ਦੇ ਵਿੱਚ ਕੁਕਿੰਗ ਕਰਦੇ ਹਾਂ ਜਾਂ ਫਿਰ ਕਿਤੇ ਵੀ ਕੁਕਿੰਗ ਹੋ ਰਹੀ ਹੈ ਉੱਥੇ ਜਨਰਲੀ ਯੂਜ਼ ਹੁੰਦੀ ਹੈ ਵਿਨੇਗਰ ਦੀ, ਫॉर ਅ ਫਲੇਵਰਫੁਲ ਐਸਿਡਿਕ ਕੁਕਿੰਗ ਇੰਗਰੀਡੀਐਂਟ ਔਰ ਇਨ ਪਿਕਲਿੰਗ। ਅਚਾਰਾਂ ਦੇ ਵਿੱਚ ਜਾਂ ਫਿਰ ਕੋਈ ਹੋਰ ਟੇਸਟ ਬਣਾਉਣ ਵਾਸਤੇ ਇਸ ਨੂੰ ਯੂਜ਼ ਕੀਤਾ ਜਾਂਦਾ ਹੈ। ਦੈਨ ਨੈਕਸਟ ਕੁਐਸਚਨ ਹੈ ਲਿਟਮਸ ਦੇ ਉੱਤੇ, ਕਿ ਜਿਹੜਾ ਲਿਟਮਸ ਪੇਪਰ ਹੈ ਜਿਹਦੇ ਨਾਲ ਆਪਾਂ ਐਸੀਡਿਟੀ ਅਤੇ ਬੇਸ ਚੈੱਕ ਕਰਦੇ ਹਾਂ ਕਿ ਕਿਹੜੀ ਚੀਜ਼ ਕਿੰਨੀ ਕੁ ਐਸੀਡਿਕ ਹੈ ਜਾਂ ਫਿਰ ਕਿੰਨੀ ਕੁ ਐਲਕਲਾਈਨ ਹੈ, ਉਹ ਕਿੱਥੋਂ ਓਬਟੇਨ ਕੀਤਾ ਜਾਂਦਾ। ਤਾਂ ਇਹ ਓਬਟੇਨ ਕੀਤਾ ਜਾਂਦਾ ਲਾਈਕਨਸ ਤੋਂ, ਅਤੇ ਇਸ ਦਾ ਆਨਸਰ ਰਹੇਗਾ D, ਲਾਈਚਨਸ। ਤਾਂ ਜੇ ਲਿਟਮਸ ਦੀ ਗੱਲ ਕਰੀਏ ਤਾਂ ਲਿਟਮਸ ਹੁੰਦਾ ਕੀ ਹੈ, ਇਟ ਇਜ਼ ਅ ਵਾਟਰ ਸੋਲਿਊਬਲ ਮਿਕਸਚਰ, ਪਾਣੀ ਦੇ ਵਿੱਚ ਸੋਲਿਊਬਲ ਮਿਕਸਚਰ ਹੁੰਦਾ ਆਫ ਡਿਫਰੈਂਟ ਡਾਈਜ਼ ਐਕਸਟਰੈਕਟਿਡ ਫਰੋਮ ਲਾਈਚਨਸ। ਤਾਂ ਲਾਈਚਨਸ ਤੋਂ ਜੋ ਐਕਸਟਰੈਕਟ ਕਰਦੇ ਹਾਂ ਆਪਾਂ ਡਿਫਰੈਂਟ ਡਾਈਜ਼ ਨੂੰ, ਉਹ ਤੋਂ ਲਿਟਮਸ ਬਣਾਇਆ ਜਾਂਦਾ ਹੈ ਫॉर ਦੀ ਪਰਪਜ਼ ਆਫ ਇਟ ਇਜ਼ often adsorbed onto filter paper to produce one of the oldest forms of pH indicator। ਤਾਂ pH ਇੰਡੀਕੇਟਰ ਉਹ ਇੰਡੀਕੇਟਰ ਹੈ ਜਿਹਦੇ ਨਾਲ ਆਪਾਂ ਦੇਖਦੇ ਹਾਂ ਕਿ ਕਿਹੜੀ ਚੀਜ਼ ਐਸਿਡਿਕ ਹੈ, ਕਿਹੜੀ ਚੀਜ਼ ਬੇਸਿਕ ਹੈ। ਤਾਂ ਉਸ ਨੂੰ ਚੈੱਕ ਕਰਨ ਲਈ ਇਹ ਫਿਲਟਰ ਪੇਪਰ ਦੇ ਵਿੱਚ ਯੂਜ਼ ਕੀਤਾ ਜਾਂਦਾ ਇਹਨਾਂ ਨੂੰ। ਦਾ ਮੇਨ ਯੂਜ਼ ਆਫ ਲਿਟਮਸ ਇਜ਼ ਟੂ ਟੈਸਟ ਵੈਦਰ ਏ ਸੋਲਿਊਸ਼ਨ ਇਜ਼ ਐਸਿਡਿਕ ਔਰ ਬੇਸਿਕ, ਕਿ ਸੋਲਿਊਸ਼ਨ ਐਸਿਡਿਕ ਹੈ ਕਿ ਬੇਸਿਕ ਹੈ, ਇਹ ਚੈੱਕ ਕਰਨ ਲਈ ਯੂਜ਼ ਕਰਦੇ ਹਾਂ ਆਪਾਂ ਇਸ ਨੂੰ। ਅਤੇ ਜੇ ਇਸ ਨੂੰ ਯਾਦ ਰੱਖਿਓ ਕਿ ਜਿਹੜਾ ਬਲੂ ਲਿਟਮਸ ਪੇਪਰ ਹੁੰਦਾ ਟਰਨਸ ਰੈੱਡ ਅੰਡਰ ਐਸਿਡਿਕ ਕੰਡੀਸ਼ਨਸ। ਜੇ ਕੋਈ ਐਸਿਡ ਦੇ ਵਿੱਚ ਆਪਾਂ ਬਲੂ ਲਿਟਮਸ ਪੇਪਰ ਪਾਵਾਂਗੇ ਤਾਂ ਉਹ ਰੈੱਡ ਹੋ ਜਾਂਦਾ, ਅਤੇ ਆਪੋਜ਼ਿਟ ਹੁੰਦਾ ਅਲਕਲਾਈਨ ਜਾਂ ਬੇਸ ਲਈ, ਜਿਹਦੇ ਵਿੱਚ ਆਪਾਂ ਰੈੱਡ ਪਾਵਾਂਗੇ ਤਾਂ ਉਹ ਬਲੂ ਹੋ ਜਾਊਗਾ। ਤਾਂ ਇੱਕ ਯਾਦ ਰੱਖ ਲਓ ਤਾਂ ਤੁਹਾਨੂੰ ਦੋਨੋਂ ਹੀ ਯਾਦ ਰਹਿ ਜਾਣਗੇ ਕਿ ਬਲੂ ਤੋਂ ਰੈੱਡ ਹੁੰਦਾ ਐਸਿਡਿਕ ਕੰਡੀਸ਼ਨਸ ਦੇ ਵਿੱਚ। ਦੈਨ ਨੈਕਸਟ ਕੁਐਸਚਨ ਹੈ ਇਨ ਐਨ ਅਨਡੈਮੇਜਡ ਬਲੱਡ ਵੈਸਲ ਕਨਵਰਜ਼ਨ ਆਫ ਪ੍ਰੋਥਰੋਮਬਿਨ ਟੂ ਥਰੋਮਬਿਨ ਇਜ਼ ਪ੍ਰੀਵੈਂਟਡ ਬਾਈ। ਤਾਂ ਜਿਵੇਂ ਤੁਸੀਂ ਦੇਖਿਆ ਕਿ ਆਪਣੇ ਕੋਈ ਕੱਟ ਲੱਗ ਜਾਂਦਾ ਹੈ ਤਾਂ ਉੱਥੇ ਨਾਲ ਦੀ ਨਾਲ ਖੂਨ ਕਲੌਟ ਕਰ ਜਾਂਦਾ, ਜੰਮ ਜਾਂਦਾ, ਤਾਂ ਕਿ ਹੋਰ ਖੂਨ ਨਾ ਨਿਕਲੇ। ਬਟ ਜਿਹੜਾ ਆਪਣਾ ਖੂਨ ਨੈਚੁਰਲੀ ਚੱਲ ਰਿਹਾ ਹੈ ਆਪਣੀ ਬਲੱਡ ਵੈਸਲਸ ਦੇ ਵਿੱਚ, ਤਾਂ ਉਹ ਖੂਨ
जमदा क्यों नहीं, बाहर आके खून ही क्यों जमदा, अंदर खून क्यों नहीं जमदा? तो उसका रीज़न है कि ਉਹਦੇ ਵਿੱਚ ਹੈਪਾਰਿਨ ਹੁੰਦਾ खून ਦੇ ਵਿੱਚ, ਜਿਹਦੇ ਕਰਕੇ ਇਹ ਜੰਮਦਾ ਨਹੀਂ ਜਦੋਂ ਤੱਕ ਬਲੱਡ ਵੈਸਲਸ ਡੈਮੇਜ ਨਹੀਂ ਹੁੰਦੀਆਂ। ਤਾਂ ਜੇ ਗੱਲ ਕਰੀਏ ਹੈਪਾਰਿਨ ਦੀ, ਤਾਂ ਹੈਪਾਰਿਨ ਕੀ ਹੈ, ਇੱਕ ਐਂਟੀ ਕੋਗੂਲੈਂਟ ਹੈ ਜਾਂ ਫਿਰ ਬਲੱਡ ਥਿਨਰ, ਕਿ ਬਲੱਡ ਨੂੰ ਪਤਲਾ ਰੱਖਦਾ ਤਾਂ ਕਰਕੇ ਉਹ ਜੰਮਣ ਨਹੀਂ ਦਿੰਦਾ। ਤਾਂ ਜਨਰਲੀ ਯੂਜ਼ ਕੀਤਾ ਜਾਂਦਾ ਸਰਜਰੀਜ਼ ਦੇ ਵਿੱਚ, ਜਾਂ ਫਿਰ ਜਿਨ੍ਹਾਂ ਨੂੰ ਕਿਸੇ ਪਰਸਨਸ ਨੂੰ ਬਲੱਡ ਕਲੌਟਸ ਬਣਦੇ ਹੋਣ ਉਹਨਾਂ ਨੂੰ ਦਿੱਤੀ ਜਾਂਦੀ ਹੈ ਇਹ, ਤਾਂ ਕਿ ਉਹਨਾਂ ਦੇ ਬਲੱਡ ਕਲੌਟਸ ਨਾ ਬਣਨ ਅਤੇ ਹੈਪਾਰਿਨ ਖੂਨ ਨੂੰ ਪਤਲਾ ਕਰਦਾ ਰਹੇ। ਤਾਂ ਹੈਪਾਰਿਨ ਉਹ ਕੰਪਾਊਂਡ ਹੈ ਜਿਹੜਾ ਖੂਨ ਨੂੰ ਜੰਮਣ ਨਹੀਂ ਦਿੰਦਾ ਜਲਦੀ ਜਾਂ ਫਿਰ ਮੋਟਾ ਖੂਨ ਨਹੀਂ ਹੋਣ ਦਿੰਦਾ। ਦੈਨ ਨੈਕਸਟ ਕੁਐਸਚਨ ਇਹ ਹੈ ਕਿ ਜਦੋਂ ਆਪਾਂ 3D ਪਿਕਚਰਸ ਦੇਖਦੇ ਹਾਂ, ਕੋਈ 3D ਮੂਵੀਜ਼ ਦੇਖਦੇ ਹਾਂ, ਤਾਂ ਆਪਾਂ ਨੂੰ ਇੱਕ ਗਲਾਸ ਪਹਿਨਣਾ ਪੈਂਦਾ। ਉਹ ਗਲਾਸ ਕਿਹੜਾ ਹੈ? ਤਾਂ ਇੱਥੇ ਆਪਸ਼ਨ ਦਿੱਤੇ ਹੋਏ ਨੇ ਮੈਗਨੀਫਾਈਂਗ ਗਲਾਸ, ਕਨਵੈਕਸ ਗਲਾਸ, ਪੋਲਰਾਇਡ ਗਲਾਸ, ਨਨ ਆਫ ਦੀ ਅਬਵ। ਤਾਂ ਇਸ ਦਾ ਆਨਸਰ ਹੈ ਪੋਲਰਾਇਡ ਗਲਾਸ। ਕਿ ਜਿਵੇਂ ਆਪਾਂ ਪੋਲਰਾਈਜੇਸ਼ਨ ਦੀ ਗੱਲ ਕਰੀ ਸੀ ਪਿਛਲੀ ਵੀਡੀਓ ਦੇ ਵਿੱਚ, ਤਾਂ ਇਹ ਉਸੇ ਦੇ ਉੱਤੇ ਬੇਸਡ ਹੈ ਪੋਲਰਾਇਡਸ ਗਲਾਸ, ਕਿ 3D ਮੂਵੀਜ਼ ਜਿਹੜੀਆਂ ਹੁੰਦੀਆਂ ਨੇ ਉਹ ਕਿਵੇਂ ਕੰਮ ਕਰਦੀਆਂ ਨੇ ਉਹਦੇ ਵਿੱਚ। ਤਾਂ ਜਨਰਲੀ ਜਿੰਨੀਆਂ ਵੀ ਆਪਣੀ ਮੂਵੀਜ਼ ਨੇ ਉਹ 2D ਹੁੰਦੀਆਂ ਨੇ, ਆਪਣੇ TV ਸਕਰੀਨਸ 2D ਨੇ ਜਨਰਲੀ। ਤਾਂ ਜਿਹੜੀਆਂ 3D ਮੂਵੀਜ਼ ਹੁੰਦੀਆਂ ਨੇ ਉਹਦੇ ਵਿੱਚ ਕੀ ਹੁੰਦਾ ਕਿ 2 2D ਇਮੇਜਿਸ ਇਕੱਠੀਆਂ ਇੱਕੋ ਟਾਈਮ 'ਤੇ ਸਕਰੀਨ 'ਤੇ ਸ਼ੋਅ ਕੀਤੀਆਂ ਜਾਂਦੀਆਂ ਨੇ। ਇੱਕ ਹੌਰੀਜੋਂਟਲੀ ਪੋਲਰਾਈਜ਼ ਹੁੰਦੀ ਹੈ, ਇੱਕ ਵਰਟੀਕਲੀ ਪੋਲਰਾਈਜ਼ ਹੁੰਦੀ ਹੈ। ਤਾਂ ਇੱਕ ਤਰੀਕੇ ਨਾਲ ਤੁਸੀਂ ਹੌਰੀਜੋਂਟਲ ਅਤੇ ਵਰਟੀਕਲ ਦੋਨਾਂ ਨੂੰ ਇੱਕ ਟਾਈਮ 'ਤੇ ਓਬਜ਼ਰਵ ਕਰਦੇ ਹੋ ਤਾਂ ਤੁਹਾਨੂੰ ਉਹ ਇਮੇਜ 3D ਦਿਖਦੀ ਹੈ। ਅਤੇ ਜੇ ਤੁਸੀਂ 3D ਗਲਾਸ ਨਾ ਪਾਓਗੇ, ਕਿਉਂਕਿ ਉਹਦੇ 'ਤੇ 2 ਇਮੇਜਿਸ ਨੇ, ਇੱਕ ਹੌਰੀਜੋਂਟਲ ਇੱਕ ਵਰਟੀਕਲ, ਤਾਂ ਤੁਹਾਡੀ ਇਮੇਜ ਤੁਹਾਨੂੰ ਬਲਰ ਲੱਗੂਗੀ ਜੇ ਤੁਸੀਂ 3D ਗਲਾਸਿਸ ਨਹੀਂ ਪਾਏ ਹੋਣਗੇ। ਤਾਂ ਕਿਹੜੇ ਤਰ੍ਹਾਂ ਦੇ ਗਲਾਸ ਯੂਜ਼ ਕੀਤੇ ਜਾਂਦੇ ਨੇ? ਦੀਜ਼ ਆਰ ਲੀਨੀਅਰ ਐਂਡ ਸਰਕੂਲਰ ਪੋਲਰਾਈਜ਼ਡ ਗਲਾਸਿਸ। ਤਾਂ ਲੀਨੀਅਰ ਗਲਾਸ ਯੂਜ਼ ਕੀਤੇ ਜਾਂਦੇ ਆ, ਲੀਨੀਅਰ ਪੋਲਰਾਈਜ਼ਡ ਗਲਾਸ ਯੂਜ਼ ਕੀਤੇ ਜਾਂਦੇ ਨੇ, ਜਾਂ ਫਿਰ ਸਰਕੂਲਰਲੀ ਪੋਲਰਾਈਜ਼ਡ ਗਲਾਸ ਯੂਜ਼ ਕੀਤੇ ਜਾਂਦੇ ਨੇ, ਤਾਂ ਕਿ ਤੁਸੀਂ ਦੋਨੋਂ ਜਿਹੜੀਆਂ 2D ਇਮੇਜਿਸ ਨੇ ਇੱਕ ਵਾਰ 'ਚ ਦੇਖ ਕੇ ਓਬਜ਼ਰਵ ਕਰ ਸਕੋ ਅਤੇ ਤੁਹਾਨੂੰ 3D ਦਾ ਐਕਸਪੀਰੀਅੰਸ ਆਵੇ। ਦੈਨ ਨੈਕਸਟ ਕੁਐਸਚਨ ਹੈ, ਵੈਨ ਵਾਟਰ ਇਜ਼ ਹੀਟਿਡ ਫਰੋਮ 0 ਡਿਗਰੀ ਸੈਲਸੀਅਸ ਟੂ 10 ਡਿਗਰੀ ਸੈਲਸੀਅਸ ਹਾਊ ਡਜ਼ ਇਟਸ ਵੋਲਿਊਮ ਚੇਂਜ। ਤਾਂ ਜਿਹੜਾ ਪਾਣੀ ਹੈ ਜਦੋਂ ਆਪਾਂ 0 ਡਿਗਰੀ ਸੈਲਸੀਅਸ 'ਤੇ ਗਰਮ ਕਰਨਾ ਸ਼ੁਰੂ ਕੀਤਾ ਅਤੇ ਆਪਾਂ 10 ਡਿਗਰੀ ਸੈਲਸੀਅਸ ਤੱਕ ਲਿਆਏ, ਤਾਂ ਉਹਦਾ ਵੋਲਿਊਮ ਹੈ ਉਹਨੂੰ ਕੀ ਫ਼ਰਕ ਪਊਗਾ? ਤਾਂ ਦੇਖੋ ਜਨਰਲੀ ਜਿੰਨੇ ਵੀ ਪ੍ਰੋਡਕਟਸ ਹੁੰਦੇ ਨੇ, ਜਿੰਨੇ ਵੀ ਮਟੀਰੀਅਲਸ ਨੇ, ਉਹ ਥਰਮਲ ਐਕਸਪੈਂਸ਼ਨ ਸ਼ੋਅ ਕਰਦੇ ਨੇ। ਥਰਮਲ ਐਕਸਪੈਂਸ਼ਨ ਹੁੰਦੀ ਹੈ ਕਿ ਜਿਵੇਂ ਜਿਵੇਂ ਆਪਾਂ ਉਹਨੂੰ ਗਰਮ ਕਰੀ ਚੱਲਾਂਗੇ ਉਹਨਾਂ ਦਾ ਵੋਲਿਊਮ ਵੱਧਦਾ ਜਾਊਗਾ, ਟੈਂਪਰੇਚਰ ਵਧਣ ਨਾਲ ਵੋਲਿਊਮ ਵੱਧ ਜਾਊਗਾ। ਪਰ ਪਾਣੀ ਦੇ ਵਿੱਚ ਇੱਕ ਐਕਸੈਪਸ਼ਨ ਹੈ ਕਿ ਜਦੋਂ ਤੱਕ ਪਾਣੀ ਦੀ ਵੈਲਿਊ, ਪਾਣੀ ਦੇ ਟੈਂਪਰੇਚਰ ਦੀ ਵੈਲਿਊ 4 ਡਿਗਰੀ ਸੈਲਸੀਅਸ ਤੋਂ ਘੱਟ ਹੈ, 0 ਤੋਂ 4 ਡਿਗਰੀ ਸੈਲਸੀਅਸ ਦੇ ਵਿੱਚ ਹੈ, ਤਾਂ ਉਹ ਐਨੋਮੈਲਸ ਥਰਮਲ ਐਕਸਪੈਂਸ਼ਨ ਸ਼ੋਅ ਕਰਦਾ ਹੈ। ਐਨੋਮੈਲਸ ਥਰਮਲ ਐਕਸਪੈਂਸ਼ਨ, ਜਿਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਜਿਵੇਂ ਆਪਾਂ ਟੈਂਪਰੇਚਰ ਵਧਾਉਂਦੇ ਜਾਵਾਂਗੇ ਉਵੇਂ ਉਵੇਂ ਵੋਲਿਊਮ ਘੱਟਦਾ ਜਾਊਗਾ। ਪਰ ਇਹ ਸਿਰਫ 4 ਡਿਗਰੀ ਸੈਲਸੀਅਸ ਤੱਕ ਸ਼ੋਅ ਕਰਦਾ ਹੈ, ਜਿਹਨੂੰ ਆਪਾਂ ਨੈਗੇਟਿਵ ਥਰਮਲ ਐਕਸਪੈਂਸ਼ਨ ਵੀ ਕਹਿੰਦੇ ਹਾਂ। ਤਾਂ ਜੇ ਆਪਾਂ ਪਾਣੀ ਦੀ ਗੱਲ ਕਰੀਏ 0 ਤੋਂ 10 ਤੱਕ ਲੈ ਕੇ ਆਉਣਾ ਹੋਵੇ ਤਾਂ ਪਹਿਲਾਂ 0 ਤੋਂ 4 ਤੱਕ ਆਊਗਾ, 4 ਤੋਂ 10 ਤੱਕ। ਤਾਂ ਜਦੋਂ ਤੱਕ 4 ਤੱਕ ਨਹੀਂ ਆਉਂਦਾ ਉਦੋਂ ਤੱਕ ਟੈਂਪਰੇਚਰ ਵਧਾਉਣ 'ਤੇ ਵੋਲਿਊਮ ਘਟੂਗਾ। ਇਟ ਸ਼ੈਲ ਫਸਟ ਡਿਕਰੀਜ਼ ਐਂਡ ਦੈਨ ਇਨਕਰੀਜ਼। ਅਤੇ ਇੱਕ ਵਾਰ ਜਦੋਂ 4 ਡਿਗਰੀ ਟੱਪ ਗਿਆ ਤਾਂ ਟੈਂਪਰੇਚਰ ਵਧਣ ਨਾਲ ਵੋਲਿਊਮ ਵੀ ਵਧੂਗਾ। ਅਤੇ ਇਸ ਦਾ ਆਨਸਰ ਆਊਗਾ ਡੀ, ਇਟ ਸ਼ੈਲ ਫਸਟ ਡਿਕਰੀਜ਼ ਐਂਡ ਦੈਨ ਇਨਕਰੀਜ਼। ਤਾਂ ਉਹਦੀ ਡੈਫੀਨੇਸ਼ਨਸ ਐਕਸਪਲੇਨ ਕੀਤੀਆਂ ਹੋਈਆਂ ਥਰਮਲ ਅਤੇ ਨੈਗੇਟਿਵ ਥਰਮਲ ਐਕਸਪੈਂਸ਼ਨ ਦੀਆਂ। ਇਹਨੂੰ ਆਪਾਂ ਐਨੋਮੈਲਸ ਐਕਸਪੈਂਸ਼ਨ ਵੀ ਕਹਿੰਦੇ, ਜਿਹੜੀ 4 ਡਿਗਰੀ ਸੈਲਸੀਅਸ ਤੱਕ ਰਹਿੰਦੀ ਹੈ। ਤਾਂ ਇੰਨੇ ਹੀ ਕੁਐਸਚਨਸ ਆਏ ਸੀ 2018 ਦੇ ਪੇਪਰ ਵਿੱਚ ਸਾਇੰਸ 'ਚੋਂ। ਧੰਨਵਾਦ ਦੋਸਤੋ।